कल साਰਿਆਂ ਨੂੰ ਵੈਲਕਮ ਬੈਕ ਟੂ ਆਵਰ ਚੈਨਲ ਦਿਲ ਸੇ ਹਿਸਟਰੀ ਦਿਲ ਸੇ ਸ਼ਾਇਰੀ। ਸੋ ਸਟੂਡੈਂਟਸ, ਅੱਜ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ੇ 'ਤੇ ਤੁਹਾਡੇ ਨਾਲ ਗੱਲ ਕਰਨ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ, ਜਿਹਦੇ ਵਿੱਚ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜੋ ਨੋਟਿਸ ਆਇਆ ਹੈ 14/1/2022 ਨੂੰ, ਜਿਹਦੇ ਵਿੱਚ ਜੋ ਐਗਜ਼ਾਮਸ ਹੋਣੇ ਨੇ, ਫਾਈਨਲ ਐਗਜ਼ਾਮਸ, ਬਹੁਤ ਚਿਰ ਤੋਂ ਵਿਦਿਆਰਥੀ ਪੁੱਛ ਰਹੇ ਸੀਗੇ ਕਿ ਕਿਸ ਤਰ੍ਹਾਂ ਹੋਣੇ ਨੇ ਐਗਜ਼ਾਮ, ਕੀ ਇਹਦਾ ਸਿਨੈਰੀਓ ਹੈ, ਉਹ ਸਾਰਾ ਇਹਦੇ 'ਚ ਕਲੀਅਰ ਕੀਤਾ ਜਾਏਗਾ। ਬੜੇ ਧਿਆਨ ਨਾਲ ਇਹ ਵੀਡੀਓ ਦੇਖਣਾ, ਬਹੁਤ ਜ਼ਿਆਦਾ ਲੰਬੀ ਨਹੀਂ ਬਣਾਵਾਂਗੇ, ਬਹੁਤ ਛੋਟੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਗੱਲਾਂ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ। ਤੋ ਫਸਟ ਆਫ ਆਲ, ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ, ਇਹ ਨੋਟਿਸ ਆਇਆ ਹੈ ਜਿਹਦੇ ਵਿੱਚ ਇੱਕ ਖਾਸ ਗੱਲ ਲਿਖੀ ਗਈ ਹੈ ਕਿ ਇਹ ਪ੍ਰੀਖਿਆਵਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਕਰਵਾਈਆਂ ਗਈਆਂ ਔਨਲਾਈਨ ਪ੍ਰੀਖਿਆਵਾਂ ਵਾਂਗ ਔਨਲਾਈਨ ਮੋਡ ਰਾਹੀਂ ਹੀ ਕਰਵਾਈਆਂ ਜਾ ਰਹੀਆਂ ਹਨ। ਸੋ ਦਿਸ ਇਜ਼ ਕਲੀਅਰ ਕਿ ਹੁਣ ਜਿਹੜੀ ਐਗਜ਼ਾਮਸ ਹੋਣੇ ਨੇ ਉਹ ਔਨਲਾਈਨ ਹੀ ਹੋਣੇ ਨੇ। ਸੋ ਬਹੁਤ ਸਾਰੇ ਵਿਦਿਆਰਥੀਆਂ ਵਾਸਤੇ ਖੁਸ਼ੀ ਦੀ ਗੱਲ ਹੋਏਗੀ, ਲੇਕਿਨ ਬਹੁਤ ਸਾਰਿਆਂ ਵਾਸਤੇ ਅਫਸੋਸ ਦੀ ਗੱਲ ਹੋਏਗੀ, ਕਿਉਂਕਿ ਬਹੁਤ ਤਿਆਰੀ ਕੀਤੀ ਉਹਨਾਂ ਨੇ ਅਤੇ ਅਲਟੀਮੇਟਲੀ ਜਿਹੜੇ ਐਗਜ਼ਾਮ ਹੈ ਉਹ ਔਨਲਾਈਨ ਕਰਵਾ ਦਿੱਤੇ ਗਏ ਨੇ। ਲੇਕਿਨ ਡਿਊ ਟੂ ਦ ਸਿਚੁਏਸ਼ਨ ਜੋ ਕੋਵਿਡ-19 ਦੀ ਚੱਲ ਰਹੀ ਹੈ, ਇਹ ਅਸੈਂਸ਼ੀਅਲ ਸਟੈਪ ਹੈ ਜੋ ਚੱਕਣਾ ਪੈਣਾ ਸੀ, ਔਰ ਉਹੀ ਕੀਤਾ ਜਾ ਰਿਹਾ ਹੈ। ਸੋ ਦੇਖੋ, ਇਹਦੇ ਸਭ ਤੋਂ ਇੰਪੋਰਟੈਂਟ ਗੱਲ ਕੁਛ ਜਿਹੜੀਆਂ ਕਰਨ ਵਾਲੀਆਂ ਨੇ। ਸੈਕਿੰਡ ਪੁਆਇੰਟ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ, ਇਹ ਪ੍ਰੀਖਿਆਵਾਂ 2 ਸੈਸ਼ਨਾਂ ਵਿੱਚ ਕਰਵਾਈਆਂ ਜਾ ਸਕਦੀਆਂ ਨੇ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਆਹ ਦੇਖੋ ਜੀ, ਆਹ ਹੈਗਾ ਉਹ ਪੁਆਇੰਟ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਪ੍ਰੀਖਿਆਵਾਂ ਜਿਹੜੀਆਂ ਨੇ ਉਹ 2 ਸੈਸ਼ਨਸ ਦੇ ਵਿੱਚ ਕਰਵਾਈਆਂ ਜਾ ਸਕਦੀਆਂ ਨੇ। ਪਹਿਲਾ ਸੈਸ਼ਨ ਹੈ 10 ਤੋਂ 1:30 ਵਜੇ ਦਾ, ਔਰ ਦੂਸਰਾ ਹੈ 2 ਤੋਂ 5:30 ਵਜੇ ਦਾ, ਜਿਹਦੀ ਜਾਣਕਾਰੀ ਡੇਟ ਸ਼ੀਟ ਦੇ ਵਿੱਚ ਉਪਲਬਧ ਹੋਏਗੀ। ਫਿਰ ਉਹ ਕਹਿੰਦੇ ਨੇ ਕਿ ਜਿਨ੍ਹਾਂ ਥਰਡ ਪੁਆਇੰਟ ਅਗਰ ਤੁਸੀਂ ਦੇਖ ਸਕਦੇ ਹੋ ਕਿ ਥਰਡ ਪੁਆਇੰਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਵਿਦਿਆਰਥੀ ਨੇ ਇਹਨਾਂ ਪ੍ਰੀਖਿਆਵਾਂ ਦੇ ਵਿੱਚ, ਆਹ ਦੇਖੋ ਥਰਡ ਪੁਆਇੰਟ ਆਪਾਂ ਇਹਦੇ 'ਚ ਗੱਲ ਕਰਦੇ ਹਾਂ, ਧਿਆਨ ਨਾਲ ਦੇਖਿਓ। ਆਹ ਥਰਡ ਪੁਆਇੰਟ ਹੈ ਜਿਹਦੇ ਵਿੱਚ ਅਸੀਂ ਇਹ ਦੇਖ ਪਾ ਰਹੇ ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਫਾਰਮ ਭਰਿਆ ਹੈ, ਫੀਸ ਭਰੀ ਹੈ ਆਪਣੀ, ਉਹ ਆਪਣੇ ਰੋਲ ਨੰਬਰ, ਐਡਮਿਟ ਕਾਰਡ 24/1/2022 ਨੂੰ ਸ਼ਾਮ 5 ਵਜੇ ਤੋਂ ਬਾਅਦ ਡਾਊਨਲੋਡ ਕਰ ਸਕਦੇ ਹਨ। ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਜਿਹੜਾ ਹੈ ਔਨਲਾਈਨ ਪੋਰਟਲ 'ਤੇ ਦੇਖੋ ਸਾਰਾ ਕੁਛ ਲਿਖਿਆ ਹੋਇਆ, ਕਿਸ ਤਰੀਕੇ ਨਾਲ ਡਾਊਨਲੋਡ ਕਰੋਗੇ ਅਤੇ ਆਪਣੇ ਵਿਭਾਗ ਨੂੰ ਸੰਪਰਕ ਕਰੋਗੇ, ਅਗਰ ਕਾਲਜ ਨੂੰ ਸੰਪਰਕ ਕਰੋਗੇ ਅਗਰ ਤੁਹਾਡਾ ਰੋਲ ਨੰਬਰ ਡਾਊਨਲੋਡ ਨਹੀਂ ਹੋ ਪਾ ਰਿਹਾ ਹੈ। ਫੋਰਥ ਪੁਆਇੰਟ 'ਚ ਜਿਹੜੇ ਨੇ ਉਹ ਟੀਚਿੰਗ ਵਾਸਤੇ ਦਿੱਤੇ ਗਏ ਨੇ, ਕਿਸ ਤਰ੍ਹਾਂ ਇਹਦਾ ਮੁਲਾਂਕਣ ਕਰਨਾ ਹੈ, ਕਿਸ ਤਰ੍ਹਾਂ ਦਾ ਜਿਹੜਾ ਪੇਪਰ ਹੈ ਉਹ ਸਾਰਾ ਕੁਛ ਉਹ ਕਰਨਾ ਹੈ, ਉਹਦੇ ਦਿੱਤਾ ਹੈ। ਇਹ ਕੁਛ ਫਿਫਥ ਪੁਆਇੰਟ ਦੇ ਵਿੱਚ ਡੇਟ ਸ਼ੀਟ ਅਨੁਸਾਰ ਕੁਛ ਈਮੇਲ ਰਾਹੀਂ ਯੂਨੀਵਰਸਿਟੀਆਂ ਦੀ ਜਿਹੜੀ ਹੈ ਭੇਜਣਗੇ। ਇਹਦੇ 'ਚ ਸਟੂਡੈਂਟਸ ਦਾ ਜ਼ਿਆਦਾ ਉਹ ਇਸ਼ੂ ਨਹੀਂ ਹੈ। ਆਪਾਂ ਅੱਗੇ ਵਧਦੇ ਹਾਂ। ਇੰਪੋਰਟੈਂਟ ਗੱਲ ਜਿਹੜੀ ਕਰਨ ਵਾਲੀ ਹੈ ਉਹ ਹੈ ਕਿ ਇਹਦੇ ਵਿੱਚ ਜਿਹੜਾ 7ਵਾਂ ਪੁਆਇੰਟ ਹੈ, 7th ਪੁਆਇੰਟ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਮੈਂ 7 ਪੁਆਇੰਟ ਹਾਈਲਾਈਟ ਕਰ ਲੈਣਾ। 7th ਪੁਆਇੰਟ ਹੈ, ਤੁਸੀਂ ਦੇਖ ਰਹੇ ਹੋ, ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਸਾਰੀ ਗੱਲ ਦਾ ਨਿਚੋੜ, ਸਾਰ ਜਿਹੜਾ ਹੈ ਉਹ ਲਿਖਿਆ ਜਾ ਰਿਹਾ। ਹਰੇਕ ਵਿਦਿਆਰਥੀ A4 ਸ਼ੀਟ ਵੱਧ ਤੋਂ ਵੱਧ 16 ਪੇਜਾਂ ਵਾਲੀ, ਤੁਸੀਂ ਪਹਿਲੇ ਵੀ ਇਹੀ 16 ਸ਼ੀਟਾਂ ਜਿਹੜੀਆਂ ਨੇ 16 ਪੰਨਿਆਂ ਵਾਲੀ ਸ਼ੀਟ ਦੀ ਵਰਤੋਂ ਕੀਤੀ ਹੈ, ਤੁਸੀਂ ਸੇਮ ਉਸੀ ਸ਼ੀਟ ਦੀ ਵਰਤੋਂ ਕਰੋਗੇ। ਔਰ ਉਹਦਾ ਨਮੂਨਾ ਲਾਸਟ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿਸ ਤਰ੍ਹਾਂ ਦੀ ਸ਼ੀਟ ਹੋਣੀ ਚਾਹੀਦੀ ਹੈ। ਸਿੰਪਲ ਜਿਹੀ ਗੱਲ ਹੈ ਜੋ ਇਹਨਾਂ ਨੇ ਨੱਥੀ ਕੀਤਾ ਗਿਆ ਹੈ। ਉਸ ਤੋਂ ਬਾਅਦ ਸਿਰਫ ਹੱਲ ਕਰਨ ਲਈ ਸਿਰਫ ਨੀਲੇ ਬਾਲ ਪੈਨ ਦੀ ਵਰਤੋਂ ਹੀ ਕੀਤੀ ਜਾਏਗੀ। ਠੀਕ ਹੈ ਜੀ, ਕੋਈ ਕਾਲਾ ਨਹੀਂ, ਕੋਈ ਤੁਹਾਡਾ ਜਿਹੜਾ ਹੈ ਇੰਕ ਪੈਨ ਨਹੀਂ, ਸਿਰਫ ਔਰ ਸਿਰਫ ਨੀਲਾ ਬਾਲ ਪੈਨ ਜਿਹੜਾ ਹੈ ਉਹ ਵਰਤਿਆ ਜਾਏਗਾ। ਵਿਦਿਆਰਥੀ ਜਿੰਨੇ ਕੁੱਲ ਪੰਨੇ ਉਹਨੇ ਵਰਤੇ ਨੇ ਉਹ ਸਾਰੇ ਉੱਥੇ ਦਰਸਾਏਗਾ, ਲਿਖੇਗਾ ਵੀ ਇੰਨੇ ਪੰਨੇ ਮੈਂ ਸ਼ੀਟ ਮਾਰਕਿੰਗ ਕਰੇਗਾ, ਸ਼ੀਟ ਨੰਬਰਸ ਲਗਾਏਗਾ, ਇਹ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਇੱਥੇ ਲਿਖੀ ਗਈ ਹੈ, ਹਾਈਲਾਈਟ ਵੀ ਕੀਤੀ ਗਈ ਹੈ, ਵਿਦਿਆਰਥੀ ਵੱਲੋਂ ਹੱਲ ਕੀਤੇ ਆਖਰੀ ਉੱਤਰ ਸ਼ੀਟ 'ਤੇ ਤਸਦੀਕ ਕੀਤਾ ਜਾਵੇ ਕਿ ਇਹ ਪੇਪਰ ਮੇਰਾ ਖੁਦ ਦਾ ਹੱਥ ਲਿਖਿਤ ਹੈ। ਜਦੋਂ ਤੁਸੀਂ ਪੇਪਰ ਕੰਪਲੀਟ ਕਰ ਲਓਗੇ ਦੈਨ ਲਾਸਟ ਸ਼ੀਟ ਤੁਸੀਂ ਲਿਖਣਾ ਹੈ ਕਿ ਇਹ ਪੇਪਰ ਜਿਹੜਾ ਹੈ ਦਿਸ ਵਾਜ਼ ਡਨ ਬਾਏ ਮੀ, ਇਹ ਮੇਰੇ ਦੁਆਰਾ ਖੁਦ ਹੱਥ ਲਿਖਿਤ ਹੈ, ਮੇਰੇ ਦੁਆਰਾ ਕੀਤਾ ਗਿਆ, ਉਹਦੇ 'ਚ ਆਪਣੇ ਸਿਗਨੇਚਰ ਜਿਹੜੇ ਹੈ ਉਹ ਕਰਨੇ। ਪ੍ਰੋਪਰ ਆਪਣਾ ਰੋਲ ਨੰਬਰ, ਕਲਾਸ, ਸਾਰਾ ਕੁਛ ਜੋ ਵੀ ਉੱਥੇ ਭਰਨਾ ਹੈ ਧਿਆਨ ਨਾਲ ਭਰਨਾ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ। ਉਸ ਤੋਂ ਬਾਅਦ ਵੱਧਦੇ ਹਾਂ ਆਪਾਂ ਅਗਲੇ ਪੁਆਇੰਟ ਵੱਲ। 8ਵਾਂ ਪੁਆਇੰਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਕਰੀਨ ਦੇ ਉੱਪਰ ਆਪਣੀ, ਕਿ 8ਵੇਂ ਪੁਆਇੰਟ ਦੇ ਵਿੱਚ ਉਹ ਕਹਿੰਦਾ ਹੈ, ਆਹ ਵੇਖੋ, ਪੇਪਰ ਹੱਲ ਕਰਨ ਲਈ 2.5 ਘੰਟੇ ਸਮਾਂ ਦਿੱਤਾ ਜਾਏਗਾ। ਪ੍ਰਸ਼ਨ ਪੱਤਰ ਡਾਊਨਲੋਡ ਕਰਨਾ ਹੈ, ਉੱਤਰ ਸ਼ੀਟ ਸਕੈਨ ਕਰਕੇ ਈਮੇਲ ਰਾਹੀਂ ਭੇਜਣ ਲਈ 1 ਘੰਟਾ ਦਿੱਤਾ ਗਿਆ। ਠੀਕ ਹੈ ਜੀ, ਕਿਉਂਕਿ ਤੁਸੀਂ ਹਾਫ ਪੇਪਰ ਕਰਨਾ ਹੈ, ਸੋ ਇਸ ਕਰਕੇ ਤੁਹਾਨੂੰ ਜਿਹੜਾ ਹੈ ਪੂਰਾ ਸਮਾਂ ਜਿਹੜਾ ਹੈ ਉਹ 3.5 ਘੰਟੇ ਦਾ ਦਿੱਤਾ ਜਾਂਦਾ ਹੈ। ਅਗਰ ਕੋਈ ਨੇਤਰਹੀਣ ਹੈ ਜਾਂ ਅੰਗਹੀਣ ਵਿਦਿਆਰਥੀ ਹੈ, ਉਸ ਨੂੰ 40 ਮਿੰਟ ਐਕਸਟਰਾ ਜਿਹੜੇ ਹੈ ਉਹ ਦਿੱਤੇ ਜਾਣਗੇ।
सो तुसी की करना है, सब तो इंपॉर्टेंट गल, पेपर तुसी डाउनलोड करना है, पेपर कंप्लीट करना है, उस तो बाद तुसी उन्होंने एक PDF फाइल विच कन्वर्ट करना है प्रॉपरली और उसनों संबंधित कॉलेज की जो मेल ID तुहानूं दित्ती जाएगी उस मेल ID ते सेंड कर देना है। ये बड़ी इंपॉर्टेंट गल है क्योंकि बहुत सारे विद्यार्थी यही समस्या आती है कि लास्ट विच वो पेपर सबमिट नहीं कर पा रहे हैं। तो इस गल का बड़े ध्यान नाल जिहड़ी है वो गौर करना है उस गल ते कि तुसी किस तरीके नाल पेपर अपना क्वेश्चन पेपर डाउनलोड किया, उस तो बाद तुसी उसनूं हल किया, उस तो हल करन तो बाद उसकी PDF जिहड़ा है वो बनाई फाइल और उसनूं सेंड किया प्रॉपर ईमेल ते। ये ध्यान बहुत सारे विद्यार्थी एक गल ते मैं नोट करना चाहना, तुहानूं नोट कराना चाहना, बहुत सारे विद्यार्थी गलत ईमेल भर देंदे ने। ईमेल ID भरन लई सब तो पहली चीज़ है कि बड़े ध्यान नाल उस ईमेल ID नूं पढ़िया जाए, उसनूं उसी तरह अप्लाई किया जाए और उन्होंने भेजा जाए। और जिथे भी कोई परेशानी वैसे आनी नहीं चाहिए क्योंकि तुसी पहले ही भी दे चुके हो, ये 3rd टाइम ऐसा हो रहा तो इस करके तुहानूं ज़्यादा दिक्कत आनी नहीं चाहिए इहदे विच। उस तो बाद वधदे हां 9वें पॉइंट वाल। 9वें पॉइंट विच पेपर हल किन्ना करना है, किवें करना है, आपां उहदी गल करांगे। देखो जी इहदे विच इंपॉर्टेंट गल की है कि हर एक विद्यार्थी ने सिर्फ 50% पेपर ही हल करना है। आ देखो जी ये 50% पेपर ही हल करना होगा, ठीक है जी। एक गल नोट करके देख लियो कि तुहाडे पूरे क्वेश्चन दे बहुत सारे विद्यार्थी की होंदा है कि फॉर एग्जाम्पल लैंदे आपां हिस्टरी के पेपर की, तो हिस्टरी के पेपर की होंदा है कि 8 वड्डे क्वेश्चन होंदे ने और उस तो बाद छोटे क्वेश्चन जिहड़े होंदे ने वो 10 छोटे क्वेश्चन हो गए, मैप्स हो गए, इस तरह एक बनया होंदा है। लेकिन इत्थे तुसीं बड़े ध्यान नाल की करना है कि कुल क्वेश्चन देखने किन्ने ने, ABC पार्ट नहीं, कुल क्वेश्चन किन्ने ने पेपर दे विच। जिवें हिस्टरी के पेपर 9 क्वेश्चन दिते जांदे ने, कुल जिहड़े है 9 क्वेश्चन, 8 वड्डे 9वां पार्ट हुंदा जिहदे विच छोटे क्वेश्चन ते मैप भी होंदे ने। लेकिन तुसी उस 9 क्वेश्चनों के विचों कोई भी 4 प्रश्न करने ने। इत्थे एक गल साफ लिखी गई है कि अगर 0.5 आंदा है, फॉर एग्जाम्पल अगर तुहाडे पेपर च 9 क्वेश्चन ने या 7 क्वेश्चन ने तो तुसी उहदा हाफ करना है। तो हाफ विच स्टूडेंट्स उलझ जाते हैं कि सानू 4.5 या 3.5 क्वेश्चन करने पैने ने। अजिहा नहीं है, तुसी उस 0.5 नूं छड्ड देना है, इत्थे लिखा हुआ है नज़रअंदाज कर देना है। और अगर 9 ने तो 4 क्वेश्चन, अगर 7 ने तो 3 प्रश्न जिहड़े ने वो हल करने हैं, ठीक है जी। ये बड़ी इंपॉर्टेंट गल सी, इस करके जे कोई दिक्कत परेशानी होंदी कमेंट्स राही मैनूं दसो किस तरह होना है। उस तो बाद तुसी PDF फाइल बनानी है और उस फाइल नूं अपने संबंधित कॉलेज की जिहड़ी मेल ID है उत्थे भेजना है। प्राइवेट विद्यार्थियों वास्ते कुछ अलग तो जिहड़ियां ने वो ये जिहड़ियां टर्म्स एंड कंडीशनस ने थोड़ी डिफरेंट है, इंस्ट्रक्शनस डिफरेंट है। तो वो सहायक रजिस्ट्रार सीक्रेसी ब्रांच ਪ੍ਰੀਖਿਆ शाखा पंजाबी यूनिवर्सिटी ਨੂੰ ਇਹ ਭੇਜਣਗੇ स्पीड पोस्ट राही मेल करनगे, अपनी जिहड़ी है वो स्पीड पोस्ट करनगे। हुण ਉਹਦੇ 'ਚ ਕੀ है कि इन्होंने एक गल कही है कि जे समझ लो किसी का शाम का पेपर है प्राइवेट वाले का और वो 5:30 बजे जी है वो खत्म होता, 5:30 बजे पोस्ट ऑफिस बंद हो जाता है तो स्पीड पोस्ट नहीं हो सकती, तो वो अगले दिन तुसी उन्होंने स्पीड पोस्ट कर सकते हो, ठीक है जी। ये भी ऑप्शन इत्थे दित्ती गई है। हुण इत्थे एक कुछ इंपॉर्टेंट गल्लां तुहाडे नाल शेयर कीतियां ने। हुण आ देखो इत्थे एक शीट का नमूना दिता गया है, इस तरह की तुहानूं पेपर शीट्स मिलणगियां जिहदे विच सब तो पहले इंग्लिश भी लिखिया हुंदा या पंजाबी च भी लिखिया हुंदा, दोनों चलणगियां। क्लास, रोल नंबर इन वर्ड्स और इन फिगर्स यानी शब्दां विच ते अखरां विच, फिर तुहाडा विशा, फिर पेपर ते ऑप्शन। ਇਹਦੇ ਵਿੱਚ अगर ਤੁਹਾਡੀ कोई ऑप्शन है जिमें फॉर एग्जाम्पल MA की गल करिए तो हिस्टरी के ऑप्शन है मिडीवल इंडिया है, मॉडर्न इंडिया है, इस तरह की ऑप्शन जी तुहानूं दित्ती जाती है। तो अगर कोई ऑप्शन है तो तुसीं वो भर सकते हो, ठीक है। थोड़ा मीडियम माध्यम की है, इंग्लिश, पंजाबी, हिंदी किहदे देना चाहते हो, मिति, वरते गए कुल पन्ने, किन्ने पन्ने तुसीं वरते ने इत्थे लिखोगे और अल्टीमेटली तुहाडे दस्तखत, ठीक है जी। ये सारी चीज़ां कॉमन है, ये कोई ऐसी चीज़ नहीं जी तुहानूं समझ ना आवे। फिर भी अगर विद्यार्थियों तुहानूं कुछ चीज़ समझ नहीं आ रही है जो इस वीडियो दसी गई है तो तुसीं मैनूं कमेंट्स राही वो पूछ सकते हो। आई विल आंसर ऑल योर क्वेश्चनस, आई विल ट्राई टू गिव यू ऑल द आंसर्स। सो प्लीज़ हेजिटेशन ना रखना कोई भी, अगर कुछ नहीं समझ आया मैंने पूछ लेना। थैंक यू सो मच फॉर वॉचिंग और इनू वध तो वध शेयर कर दो अपने फ्रेंड्स नाल ताकि सारे इनू समझ सकन और इस वीडियो जिहड़ी है इसकी सार्थकता सिद्ध हो सके। थैंक यू सो मच फॉर वॉचिंग। दिल से हिस्ट्री, दिल से शायरी।